ਮੁੱਦਾ ਇੱਕੋ ਜਿਹਾ ਨਹੀਂ ਹੈ। ਕੌਮਾਂਤਰੀ ਰਿਸ਼ਤਿਆਂ 'ਚ ਸਮੇਂ-ਸਮੇਂ ਤੇ ਅਜਿਹੇ ਚੈਲੰਜ ਆਉਂਦੇ ਰਹਿੰਦੇ ਨੇ। ਭਾਰਤ ਮਾਮਲੇ ਤੇ ਵਿਚਾਰ ਕਰਨ ਲਈ ਤਿਆਰ ਹੈ। ਸਿਰਫ ਕੈਨੇਡਾ ਹੀ ਨਹੀਂ, ਕਿਸੇ ਵੀ ਦੇਸ਼ ਨੂੰ ਕੋਈ ਚਿੰਤਾ ਹੈ ਅਤੇ ਜੇਕਰ ਉਹ ਕੁਝ ਇਨਪੁਟ ਜਾਂ ਆਧਾਰ ਦਿੰਦਾ ਹੈ ਤਾਂ ਉਸ ਤੇ ਵਿਚਾਰ ਕਰਨ ਲਈ ਅਸੀਂ ਹਮੇਸ਼ਾ ਤਿਆਰ ਰਹਿੰਦਾ ਹੈ। ਦੇਸ਼ ਇਹੀ ਕਰਦੇ ਹਨ। ਨਿਖਿਲ ਗੁਪਤਾ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਇਲਜ਼ਾਮਾਂ ਦੇ ਬਾਰੇ ਜੈਸ਼ੰਕਰ ਨੇ ਕਿਹਾ ਕਿ ਜਦੋਂ ਅਮਰੀਕਾ ਨੇ ਇਹ ਮਾਮਲਾ ਸਾਹਮਣੇ ਰੱਖਿਆ ਤਾਂ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ। ਭਾਰਤ ਉਹਨਾਂ ਨੂੰ ਦੇਖ ਰਿਹਾ ਹੈ। ਦੱਸਦੇ ਕਿ ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਅੱਤਵਾਦੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ ਤਾਂ ਉੱਥੇ ਹੀ ਕੈਨੇਡਾ ਨੇ ਭਾਰਤੀ ਏਜੰਸੀ ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਇਲਜ਼ਾਮ ਵੀ ਲਗਾਏ ਨੇ। ਦੱਸਦੇ ਕਿ ਖਾਲਿਸਤਾਨੀਆਂ ਦੇ ਕਤਲ ਦੀ ਸਾਜ਼ਿਸ਼ ਤੇ ਇਲਜ਼ਾਮ ਲਗਾਏ ਗਏ ਸੀ। ਇਸ ਦੇ ਵਿਚਾਲੇ ਜੋ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਵੱਲੇ ਜੋ ਕੈਨੇਡਾ ਦੀ ਸੰਸਦ ਹੈ ਉੱਥੇ ਇਲਜ਼ਾਮ ਲਗਾਏ ਗਏ ਸੀ ਕਿ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਕਤਲ 'ਚ ਭਾਰਤ ਦਾ ਹੱਥ ਹੈ। ਤੇ ਇਸ ਦੇ ਵਿਚਾਲੇ ਹੁਣ ਅਮਰੀਕਾ ਤੇ ਕੈਨੇਡਾ ਦੇ ਇਲਜ਼ਾਮਾਂ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ। ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਕੈਨੇਡਾ ਦਾ ਮੁੱਦਾ ਇੱਕੋ ਜਿਹਾ ਨਹੀਂ ਹੈ। ਦੱਸ ਦਈਏ ਕਿ ਹਾਲ ਹੀ 'ਚ ਅਮਰੀਕਾ ਦੇ ਵੱਲੋਂ ਇਨਪੁਟ ਦਿੱਤੇ ਗਏ ਸੀ। ਇਸ ਪੂਰੇ ਮਾਮਲੇ ਤੋਂ ਲੈ ਕੇ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਇੱਕ ਜਾਂਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀਗਾ ਤੇ ਕੌਮਾਂਤਰੀ ਰਿਸ਼ਤਿਆਂ 'ਚ ਯਾਨੀ ਕਿ ਇੰਟਰਨੈਸ਼ਨਲ ਰਿਲੇਸ਼ਨਸ 'ਚ ਸਮੇਂ-ਸਮੇਂ ਤੇ ਅਜਿਹੇ ਚੈਲੰਜ ਆਉਂਦੇ ਰਹਿੰਦੇ ਨੇ। ਆ ਕਹਿਣਾ ਹੈ ਵਿਦੇਸ਼ ਮੰਤਰੀ ਐਸ ਜੈਸ਼ੰਕਰ। Everybody knows that India is a country where we are very responsible, very prudent on what we do, and the whole issue for us has been that we have always maintained that if any country, not just Canada, if any country has a concern and gives us some input or some basis for that concern, we are always open to look at it. This is what countries do. The point was, when Americans brought up some issues, and the two issues are not, necessarily the same. Let me also say that. When they brought up that issue, the Americans told us some specific things. So, if you look at what happens in international relations, from time to time, such challenges can arise. So we very sincerely have told the Canadians, saying that, look, it's up to you. I mean, your choice whether you would like us to pursue it further, look into it or not. That if ਤੇ ਆਸਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਦੋ ਇਸ਼ੂਜ਼ ਹਮੇਸ਼ਾ ਇੱਕੋ ਜਿਹੇ ਨਹੀਂ ਹੋ ਸਕਦੇ। ਅਮਰੀਕਾ ਤੇ ਕੈਨੇਡਾ ਦਾ ਮੁੱਦਾ ਇੱਕੋ ਜਿਹਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਇਸ਼ੂ ਬਿਲਕੁਲ ਹੀ ਅਲੱਗ-ਅਲੱਗ ਨੇ। ਕੌਮਾਂਤਰੀ ਰਿਸ਼ਤਿਆਂ 'ਚ ਸਮੇਂ-ਸਮੇਂ 'ਚ ਅਜਿਹੇ ਚੈਲੰਜਸ ਆਉਂਦੇ ਰਹਿੰਦੇ ਨੇ। ਭਾਰਤ ਮਾਮਲੇ ਤੇ ਵਿਚਾਰ ਕਰਨ ਲਈ ਤਿਆਰ ਹੈ। ਅਮਰੀਕਾ ਦੇ ਵੱਲੋਂ ਇਨਪੁਟ ਦਿੱਤਾ ਗਿਆ ਸੀਗਾ। ਇਸ ਦੇ ਵਿਚਾਲੇ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਜਾਰੀ ਹੈ। ਕੈਨੇਡਾ ਦੇ ਵੱਲੋਂ ਕੋਈ ਵੀ ਇਨਪੁਟ ਨਹੀਂ ਦਿੱਤਾ ਗਿਆ। ਕੈਨੇਡਾ ਹਵਾ 'ਚ ਗੱਲਾਂ ਕਰ ਰਿਹਾ ਹੈ। ਇਸ ਦੇ ਵਿਚਾਲੇ ਜੇ ਅਸੀਂ ਦੋਨੋਂ ਇਸ਼ੂਜ਼ ਦੀ ਗੱਲ ਕਰੀਏ ਤਾਂ ਦੋਨੋਂ ਹੀ ਇਸ਼ੂਜ਼ ਵੱਖੋ ਵੱਖਰੇ ਨੇ। ਸਿਰਫ ਕੈਨੇਡਾ ਹੀ ਨਹੀਂ, ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਕੋਈ ਚਿੰਤਾ ਹੈ ਅਜੇ ਜੇਕਰ ਉਹ ਕੁਝ ਇਨਪੁਟ ਜਾਂ ਆਧਾਰ ਦਿੰਦਾ ਹੈ ਤਾਂ ਉਸ ਤੇ ਵਿਚਾਰ ਕਰਨ ਲਈ ਅਸੀਂ ਹਮੇਸ਼ਾ ਤਿਆਰ ਰਹਿੰਦੇ। ਹੁਣ ਗੱਲ ਕਰਾਂਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਦੇਸ਼ ਵਿਰੋਧੀ ਤੱਤਾਂ ਤੇ ਤਿੱਖਾ ਨਿਸ਼ਾਨਾ ਉਹਨਾਂ ਦੇ ਵੱਲੋਂ ਸਾਧਿਆ ਗਿਆ ਹੈ। ਜਗਦੀਪ ਧਨਖੜ ਨੇ ਕਿਹਾ ਹੈ ਕਿ ਕੋਵਿਡ ਵਾਇਰਸ ਦੀ ਤਰ੍ਹਾਂ ਨੇ ਦੇਸ਼ ਵਿਰੋਧੀ ਬਿਆਨ ਇਹਨਾਂ ਨੂੰ ਬੇਅਸਰ ਕਰਨਾ ਹੋਵੇਗਾ। ਕਈ ਲੋਕਾਂ ਨੂੰ ਦੇਸ਼ ਵਿਰੋਧੀ ਬਿਆਨਾਂ 'ਚ ਮਜ਼ਾ ਆਉਂਦਾ ਹੈ। ਸੋਚੀ ਸਮਝੀ ਸਾਜ਼ਿਸ਼ ਜਾਂ ਨਾ ਸਮਝੀ 'ਚ ਅਜਿਹੇ ਬਿਆਨ ਦਿੱਤੇ ਜਾਂਦੇ ਨੇ। ਤੁਹਾਨੂੰ ਇਸ ਦਾ ਵਿਰੋਧ ਕਰਨਾ ਹੋਏਗਾ। ਤੇ ਹਰਿਆਣਾ 'ਚ ਦੱਸਦੇ ਕਿ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਸ਼ਾਮਲ ਹੋਣ ਪਹੁੰਚੇ ਸਨ ਦੇਸ਼ ਦੇ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ। ਤਸਵੀਰਾਂ ਤੁਹਾਨੂੰ ਕੱਲ ਦੀਆਂ ਵਿਖਾ ਰਹੇ ਜਦੋਂ ਕਿ ਹਰਿਆਣਾ 'ਚ ਅੰਤਰਰਾਸ਼ਟਰੀ गीता महोत्सव शामिल होने पहुंचे सन देश के उपराष्ट्रपति। तरीके से हम में से कुछ सुयोजित तरीके से या नासमझी की वजह से एंटी नेशनल नैरेटिव्स को फ्लोट करने में आनंद लेते हैं। ऐसा नहीं होना चाहिए। आप इसको कुंठित कीजिए। इट इज अ कोविड वायरस दैट हैज टू बी न्यूट्रलाइज्ड। हम में से कुछ सुयोजित तरीके से या नासमझी की वजह से एंटी नेशनल नैरेटिव्स को फ्लोट करने में आनंद लेते हैं।
ऐसा नहीं होना चाहिए। आप इसको कुंठित कीजिए। इट इज अ कोविड वायरस दैट हैज टू बी न्यूट्रलाइज्ड। हम में से कुछ सुयोजित तरीके से या नासमझी की वजह से एंटी नेशनल नैरेटिव्स को फ्लोट करने में आनंद लेते हैं। ऐसा नहीं होना चाहिए। आप इसको कुंठित कीजिए। इट इज अ कोविड वायरस दैट हैज टू बी न्यूट्रलाइज्ड। ਗਰਲਫ੍ਰੈਂਡ ਤੇ ਗੱਡੀ ਚੜਾਉਣ ਵਾਲਾ ਅਸ਼ਵਜੀਤ ਗਾਇਕਵਾੜ ਗ੍ਰਿਫਤਾਰ ਪੁਲਿਸ ਨੇ ਕਰ ਲਿਆ। ਦੱਸਗਾ ਅਸ਼ਵਜੀਤ ਦੇ ਨਾਲ ਉਸਦੇ 2 ਸਾਥੀ ਵੀ ਗ੍ਰਿਫਤਾਰ ਕੀਤੇ ਗਏ। ਮਹਾਰਾਸ਼ਟਰ ਪੁਲਿਸ ਦੀ ਐਸਆਈਟੀ ਨੇ ਤਿੰਨਾਂ ਨੂੰ ਕਾਬੂ ਕੀਤਾ ਹੈ, ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਨੇ ਲੈਂਡ ਰੋਵਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਦੱਸਦੇ ਕਿ ਮਹਾਰਾਸ਼ਟਰ ਦੇ ਸੀਨੀਅਰ ਬਿਊਰੋਕਰੇਟ ਦਾ ਬੇਟਾ ਹੈ ਅਸ਼ਵਜੀਤ ਤੇ ਇਸ ਦੇ ਨਾਲ ਹੀ ਇੰਸਟਾਗ੍ਰਾਮ ਇਨਫਲੂਐਂਸਰ ਪ੍ਰਿਆ ਸਿੰਘ ਨੇ ਇਸ ਤੇ ਇਲਜ਼ਾਮ ਲਗਾਏ ਸੀ ਕਿ ਗੱਡੀ ਹੇਠਾਂ ਦਰੜ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਦੱਸਦੇ ਕਿ 11 ਦਸੰਬਰ ਨੂੰ ਅਸ਼ਵਜੀਤ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਆ ਇੰਸਟਾਗ੍ਰਾਮ ਇਨਫਲੂਐਂਸਰ ਪ੍ਰਿਆ ਦਾ ਕਹਿਣਾ ਹੈ ਇਲਜ਼ਾਮ ਲੱਗੇ 26 ਸਾਲ ਦੀ ਪ੍ਰਿਆ ਸਿੰਘ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ। ਪ੍ਰਿਆ ਸਿੰਘ ਨੇ ਪੁਲਿਸ ਦੇ ਦਬਾਅ ਪਾਉਣ ਦੇ ਵੀ ਇਲਜ਼ਾਮ ਲਗਾਏ ਸਨ। ਬੀਤੀ ਰਾਤ ਕੁਝ ਪੁਲਿਸ ਵਾਲੇ ਆਏ ਸਨ। ਉਹਨਾਂ ਦਾ ਕਹਿਣਾ ਹੈ ਕਿ ਉਹ ਮੇਰੇ ਤੋਂ ਜ਼ਬਰਦਸਤੀ ਸਾਈਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੇਰੇ ਕੋਲ ਕੋਈ ਵਕੀਲ ਨਹੀਂ ਸੀ, ਨਾ ਹੀ ਮੇਰੇ ਪਰਿਵਾਰ ਵਿੱਚੋਂ ਕੋਈ ਸੀ। ਜਦੋਂ ਮੈਂ ਦਸਤਖਤ ਨਹੀਂ ਕੀਤੇ ਤਾਂ ਉਹ ਗੁੱਸੇ ਵਿੱਚ ਆ ਕੇ ਚਲੇ ਗਏ। ਇਲਜ਼ਾਮ ਨੇ ਕਿ 11 ਦਸੰਬਰ ਨੂੰ ਤੜਕੇ 4 ਵਜੇ ਦੇ ਕਰੀਬ ਪ੍ਰਿਆ ਸਿੰਘ ਅਸ਼ਵਜੀਤ ਨੂੰ ਮਿਲਣ ਪਹੁੰਚੀ। ਉਹ ਇੱਕ ਹੋਟਲ 'ਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੌਜੂਦ ਸੀਗੀ। ਇਸ ਦੌਰਾਨ ਦੋਵਾਂ ਵਿਚਕਾਰ ਤਕਰਾਰ ਹੋ ਗਈ। ਪ੍ਰਿਆ ਦੇ ਇਲਜ਼ਾਮ ਨੇ ਕਿ ਉਸ ਨੂੰ ਕੁੱਟਿਆ ਗਿਆ, ਗਰਦਨ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅਸ਼ਵਜੀਤ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਪ੍ਰਿਆ ਨੂੰ ਗੱਡੀ ਹੇਠਾਂ ਦਰੜ ਦੇਵੇ। ਅਸ਼ਵਜੀਤ ਦੇ ਕਹਿਣ ਤੇ ਡਰਾਈਵਰ ਨੇ ਅਜਿਹਾ ਹੀ ਕੀਤਾ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਪ੍ਰਿਆ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਕਿ ਮੈਂ ਤੇ ਅਸ਼ਵਜੀਤ 5.5 ਸਾਲ ਤੋਂ ਡੇਟ ਕਰ ਰਹੇ ਸਨ ਤੇ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਕਿ ਉਹ ਵਿਆਹਿਆ ਹੋਇਆ ਸੀਗਾ। ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਤੇ ਉਸਨੇ ਮੈਨੂੰ ਦੱਸਿਆ ਕਿ ਉਹ ਤੇ ਉਸਦੀ ਪਤਨੀ ਇਕੱਠੇ ਨਹੀਂ ਹਨ, ਉਹ ਤਲਾਕ ਲੈਣ ਵਾਲੇ ਤੇ ਇਸ ਪੂਰੇ ਮਾਮਲੇ 'ਚ ਐਸਆਈਟੀ ਦਾ ਗਠਨ ਕੀਤਾ ਗਿਆ ਸੀਗਾ। 11 ਤਰੀਕ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਤੇ ਹੁਣ ਐਸਆਈਟੀ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। अभी तक 3 आरोपी को अटक किया। क्या क्या उनके नाम है, क्या कुछ पता नहीं जी? अश्वजीत गायकवाड़, रोमिल पाटिल और सागर शेट्टी, ऐसे 3 आरोपी को अभी गिरफ्तार किया। घटनास्थल पे इस्तेमाल हुए क्या कुछ आपने बरामद किया अब तक? अभी उसका इन्वेस्टिगेशन शुरू है। अभी फिलहाल 2 4 व्हीलर हमने जब्त किए। इसका आगे का तपास शुरू है।